किस तरह स्ट्रेट फॉरवर्डली आप अपना मोबाइल उठा के जो है वो उससे कंटेंट बनाना शुरू करेंगे और जो है वो एक दिन जो है वो दुनिया में छा जाएंगे। आप अभी भी देख लें यूट्यूब के ऊपर ऐसे लोग जो सीधा सीधा कंटेंट बनाते हैं, स्पेशली जो गांव और देहात के लोग हैं, उनकी वीडियोस बहुत ज़्यादा देखी जाती हैं। उनकी वीडियोस बहुत ज़्यादा देखे जाने की पहली रीज़न यही है कि उनके अंदर कोई भी प्रोडक्शन वैल्यू नहीं होती है। अब प्रोडक्शन वैल्यू से मुराद ये है कि देखो जी, टीवी पे हम बड़े ड्रामे, फिल्में और इस तरह की एक्शन मूवीज देख चुके हुए हैं। ਹੁਣ ਤੇ ਸਾਡੀਆਂ ਅੱਖਾਂ ਦੇ ਅੰਦਰ ਫੋੜੇ ਪੈ ਗਏ ਨੇ, ਇਹ ਐਸੇ ਐਸੇ ਵਿਜ਼ੂਅਲ ਇਫੈਕਟ ਅਸੀਂ ਫਿਲਮਾਂ ਦੇ ਅੰਦਰ ਦੇਖ ਲਏ ਆ ਤੇ ਸਾਡੀਆਂ ਅੱਖਾਂ ਜਿਹੜੀਆਂ ਨਾ ਉਹਨਾਂ ਨੂੰ ਹੁਣ ਫਿਲਮ ਜਿਹੜੀ ਆ ਨਾ ਉਹ ਬਿਲਕੁਲ ਵੀ ਫਿਲਮ ਨਹੀਂ ਲੱਗ ਰਹੀ। ਠੀਕ ਹੈ ਨਾ। ਉਹ ਕਿਸੇ ਦੌਰ ਦੇ ਵਿੱਚ ਉਹਨਾਂ ਨੂੰ ਫਿਲਮ ਜਿਹੜੀ ਆ ਨਾ ਉਹ ਬਹੁਤ ਵੱਡੀ ਫਿਲਮ ਲੱਗਦੀ ਹੁੰਦੀ ਸੀ ਕਿ ਯਾਰ ਉਹ ਵਿੱਚ ਐਡਾ ਵੱਡਾ ਬਾਂਦਰ ਆ ਗਿਆ ਕਿ ਯਾਰ ਉਹਨੇ ਪੂਰੀ ਦੁਨੀਆ ਹੀ ਢਾਤੀ ਯਾਰ, ਫੜ ਕੇ ਦੇਖੋ ਅਮਰੀਕਾ ਲਿਆਏ, ਉਹਨਾਂ ਨੇ ਉਹ ਬਾਂਦਰ ਮਾਰਿਆ ਤੇ ਉਹ ਮਾਰ ਕੇ ਦੁਨੀਆ ਬਚਾ ਲਈ ਉਹਨਾਂ ਨੇ। ਹੁਣ ਅਸੀਂ ਜਦੋਂ ਫਿਲਮਾਂ ਦੇਖੀਆਂ ਤੇ ਐਸੀਆਂ ਫਿਲਮਾਂ ਕਿ ਉਹ ਭਾਈ ਉਹ ਐਡੇ ਐਡੇ ਵੱਡੇ ਜਾਦੂਗਰ ਆ ਗਏ हैं, ਉਹਨਾਂ ਨੇ ਪੂਰੇ ਸ਼ਹਿਰ ਤੇ ਜਾਦੂ ਪਾਤੇ। ਉਹ ਫਿਰ ਛੋਟੇ ਛੋਟੇ ਨਿਆਣੇ ਆਏ ਤੇ ਉਹਨਾਂ ਨੇ ਉਹ ਜਾਦੂਆਂ ਨੂੰ ਫੜ ਕੇ ਜਿਹੜਾ ਨਾ ਉਹ ਅਨੇਵਾਈ ਜਿਹੜਾ ਨਾ ਉਹ ਮਾਰ ਧਾੜ ਕੀਤੀ ਤੇ ਉਹਨਾਂ ਨੇ ਸ਼ਹਿਰ ਬਚਾ ਲਿਆ। ਉਹ ਹੁਣ ਸਾਰੀਆਂ ਫਿਲਮਾਂ ਅਸੀਂ ਦੇਖ ਚੁੱਕੇ ਹਾਂ, ਮੈਜਿਕ ਕੀ ਸੀਗਾ, ਸਟੰਟ ਕੀ ਸੀਗਾ, ਸਾਰਾ ਕੁਝ ਦੇਖ ਚੁੱਕੇ ਹਾਂ। ਹੁਣ ਜਿਹੜੀਆਂ ਸਾਡੀਆਂ ਨਜ਼ਰਾਂ ਦੀ ਪਿਆਸ ਆ ਨਾ, ਜਿਹੜੀ ਥਰਸਟ ਆ ਨਾ, ਉਹ ਇਹੀ ਹੁੰਦੀ ਆ ਮੈਜੋਰਟੀ ਆਫ ਵਰਲਡ ਦੀ ਕਿ ਯਾਰ ਸਾਨੂੰ ਨਾ ਕੁਝ ਓਰੀਜਨਲ, ਕੋਈ ਸਾਦਗੀ ਦੇਖਣ ਨੂੰ ਲੱਭੇ, ਕੋਈ ਸਿੱਧੇ ਸਾਦਾ, ਕੋਈ ਸਟ੍ਰੇਟ ਫਾਰਵਰਡ ਚੀਜ਼ਾਂ ਦੇਖਣ ਨੂੰ ਲੱਭਣ, ਕਿਉਂਕਿ ਦੁਨੀਆ ਦੇ ਵਿੱਚ ਮੈਨੂਪੂਲੇਟਿਵ ਆਲਰੇਡੀ ਬਹੁਤ ਜ਼ਿਆਦਾ ਵਾ। ਸੋ ਇਸ ਵਜ੍ਹਾ ਤੋਂ ਸਾਨੂੰ ਮਤਲਬ ਜਿਹੜੀਆਂ ਚੀਜ਼ਾਂ ਸਿੱਧੇ ਤਰੀਕੇ ਨਾਲ ਐਕਸਪਲੇਨ ਕਰ ਰਹੀਆਂ ਨਾ, ਉਹ ਬਹੁਤ ਅਟਰੈਕਟ ਕਰਦੀਆਂ। ਤੇ ਅੱਜ ਦੀ ਜਿਹੜੀ ਕੰਟੈਂਟ ਸਟ੍ਰੈਟਜੀ ਆ ਨਾ, ਅਗਰ ਤੁਹਾਡਾ ਜ਼ੇਨ ਆ ਕਿਸੇ ਦਾ ਵੀ ਆਪਣਾ YouTube ਚੈਨਲ ਬਣਾਉਣ ਦਾ, ਉਹਨੂੰ ਗਰੋ ਕਰਨ ਦਾ, ਤੇ ਇਹ ਬੈਸਟ ਸਟ੍ਰੈਟਜੀ ਆ ਆਪਣੇ YouTube ਨੂੰ ਗਰੋ ਕਰਨ ਵਾਸਤੇ, ਬੈਸਟ ਆਫ ਦ ਬੈਸਟ। ਕਿਉਂ? ਐਸਾ ਮੈਥੋਡੋਲੋਜੀ ਆ ਕਿ ਜਿਹਦੇ ਵਿੱਚ ਤੁਹਾਨੂੰ ਸਿਰਫ ਇੱਕ ਦੋ ਵਾਰੀ ਹੌਸਲਾ ਕਰਨਾ ਪੈਂਦਾ ਕਿ ਯਾਰ ਮੈਂ ਕਿੰਜ ਕੈਮਰੇ ਦੇ ਅੱਗੇ ਜਿਹੜਾ ਨਾ ਮੂੰਹ ਰੱਖ ਕੇ ਬੋਲੀ ਜਾਣਾ ਵਾ, ਆਪਣਾ ਜਿਹੜਾ ਵਾ ਨਾ ਉਹ ਕਿਸੇ ਪ੍ਰੋਬਲਮ ਦਾ ਹੱਲ ਦੇਣਾ। ਤੇ ਪ੍ਰੋਬਲਮ ਦੇ ਹੱਲ ਬੇਬਹਾਵ ਆ। ਤੁਸੀਂ ਦਿਹਾੜੀ ਦੇ ਵਿੱਚ ਕਈ ਸਾਰੇ ਮਸਲੇ ਆਪਣੇ ਘਰ ਵਾਲਿਆਂ ਦੇ, ਬਾਹਰ ਵਾਲਿਆਂ ਦੇ ਹੱਲ ਕਰਦੇ ਆ। ਉਹ ਕਰਨਾ ਸਿਰਫ ਇਹੀ ਹੁੰਦਾ, ਤਬੀਅਤਨ ਜਿਹੜੇ ਮਸਲਿਆਂ ਦੇ ਹੱਲ ਕਰਨ ਦੇ ਵਿੱਚ ਤੁਹਾਡੀ ਤਬੀਅਤ ਅੱਛੀ ਆ, ਉਹਨਾਂ ਦੀ ਰਿਕਾਰਡਿੰਗ ਵੀ ਸ਼ੁਰੂ ਕਰ ਦਿਓ। ਉਹ ਰਿਕਾਰਡਿੰਗ ਸ਼ੁਰੂ ਕਰਕੇ ਉਹਨਾਂ ਨੂੰ ਸ਼ੇਅਰ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਹੱਲ ਦੇ ਰਹੇ ਹੋ, ਜਿਹੜੇ ਤੁਹਾਡੇ ਨੈਟਵਰਕ 'ਚ ਉੱਥੇ ਫਿਜ਼ੀਕਲੀ ਇਸ ਟਾਈਮ ਹੈਗੇ ਆ, ਇਦਾਂ ਦੇ ਲੋਕ ਇੰਟਰਨੈਟ ਦੇ ਉੱਤੇ ਵੀ ਹੈਗੇ ਆ, ਆਲ ਅਕ੍ਰੋਸ ਦਾ ਗਲੋਬ ਵੀ ਹੈਗੇ ਆ। ਉਹ ਆਟੋਮੈਟਿਕਲੀ ਸਰਚ ਕਰਦਿਆਂ ਕਰੋਲ ਕਰਦਿਆਂ ਤੁਹਾਡੇ ਤੱਕ ਪਹੁੰਚ ਜਾਂਦੇ ਆ, ਤੇ ਉਹ ਇੱਕ ਪੂਰੀ ਕਮਿਊਨਿਟੀ ਦੀ ਸੂਰਤ 'ਚ ਜਿਹੜਾ ਨਾ ਤੁਹਾਨੂੰ ਉਹਦਾ ਪੇ ਬੈਕ ਕਰਦੇ ਆ। ਤੇ ਇਸ ਨਿਸਬਤ ਦੇ ਨਾਲ ਜਿਹੜੀ ਆ ਉਹ ਮੈਂ ਤੁਹਾਨੂੰ ਦੱਸਿਆ ਕਿ ਡਾਇਰੈਕਟ ਟੂ ਕੰਜ਼ਿਊਮਰ ਵਾਸਤੇ ਜਿਹੜਾ ਤੁਸੀਂ ਕੰਟੈਂਟ ਬਿਲਡ ਕਰਦੇ ਆ, ਇਸ ਕਿਸਮ ਦਾ ਜਿਹੜਾ ਸਟ੍ਰੇਟ ਫਾਰਵਰਡ ਕੰਟੈਂਟ ਬਿਲਡ ਕਰਦੇ ਆ, ਉਹ 'ਚ ਬਸ ਇੱਕ ਦੋ ਵਾਰੀ ਹੌਸਲਾ ਕਰਨਾ ਪੈਂਦਾ, ਕਿਉਂਕਿ ਬਹੁਤ ਜ਼ਿਆਦਾ ਐਡੀਟਿੰਗਸ ਨਹੀਂ ਹੁੰਦੀਆਂ, ਬਹੁਤ ਜ਼ਿਆਦਾ ਫੈਂਸੀਨੈਸ ਨਹੀਂ ਹੁੰਦੀ। ਸਟ੍ਰੇਟ ਜਿਹੜਾ ਨਾ ਤੁਸੀਂ ਮੈਸੇਜ ਕਨਵੇ ਕਰਨਾ ਹੁੰਦਾ, ਉਹਦੀਆਂ ਐਕਚੁਅਲ ਵੈਲਿਊਜ਼ ਦੇ ਨਾਲ ਜਿਹੜਾ ਉਹ ਕਨਵੇ ਕਰਨਾ ਹੁੰਦਾ, ਉਹ 'ਚ ਕੁਝ ਵੀ ਫੇਕਿੰਗ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਫਿਰ ਉਸ ਕਿਸਮ ਦੇ ਕੰਟੈਂਟ ਦਾ ਸਭ ਤੋਂ ਬੜਾ ਇਹ ਫਾਇਦਾ ਹੁੰਦਾ ਕਿ 10 ਸਾਲ ਬਾਅਦ ਵੀ ਅਗਰ ਕੋਈ ਬੰਦਾ ਦੇਖੇਗਾ ਤਾਂ ਦੇਖ ਕੇ ਕਹੇਗਾ ਯਾਰ ਹਾਂ ਯਾਰ ਆ ਤੁਸੀਂ ਅਪਲੋਡ ਕੀਤਾ ਸੀ ਸੈयद अली रज़ा ਸਾਹਿਬ, ਮਾਸ਼ਾਅੱਲਾ ਕੀ ਬਾਤ ਹੈ ਯਾਰ, 10 ਸਾਲ ਬਾਅਦ ਤੁਹਾਡਾ ਵਿਜ਼ਨ ਕਿੰਨਾ ਕਲੀਅਰ ਸੀਗਾ, ਦੇਖੋ ਮਾਸ਼ਾਅੱਲਾ ਹੈ। ठीक है। सो दिस इज कॉल के एक ब्रांड वैल्यू, एक ब्रांड शेयर तौर को फिर मार्केट आना शुरू हो जाता है। स्टार्ट करते हैं आज के लेक्चर को भी। आज की जो हमारा क्लास है, जो उसमें मेनली हमारी डिस्कशन है, अभी तक जितनी भी डिस्कशंस मैंने आपके साथ की कंटेंट के हवाले से इस वीक के अंदर, उसमें मैंने ऑडियंस लेवल पे आपसे डिस्कशन जो है वो बहुत मिनिमम की हैं। तो आज मैं चाहूंगा कि ऑडियंस के जो 3 हमारे पास क्लस्टर होते हैं, जिन 3 क्लस्टर्स को कंसिडर करते हुए हम ओवरऑल इंटरनेट मार्केटिंग जो है वो परफॉर्म करते हैं। ठीक है। वो 3 क्लस्टर है क्या और वो 3 क्लस्टर जो है वो किस तरह काम कर रहे हैं, उस हवाले के साथ जो है वो मैं चाहूंगा कि हम लोग जो है वो आज इस चीज को जो है वो डिस्कस करें, एक दफा देखें, ताकि ना हमें एक मजीद आइडिया हो सके कि जो मैंने अभी स्टार्टिंग में अली रजा को भी कहा कि हमने उनको देखना है जो हमारी एडवर्टीजमेंट जो है वो देखना चाह रहे हैं, जो परसीव करना चाह रहे हैं कि हम उनके हक में बात कैसे कर सकते हैं। ठीक है ना। तो हमने उसके ऊपर जो है वो बात करनी है। तो जब हम ऑडियंस की बात करते हैं ना, सबसे पहले जो सेल्स एंड मार्केटिंग के अंदर और बिजनेस के अंदर, कहने के हर बिजनेस के अंदर ही सबसे अहम पहलू है। ठीक है। तो यहां पे अगर एक मार्केटर ऑडियंस को देखेगा तो वो ऐसे देखेगा कि 18 से 24 साल के जो लोग हैं उनको एक ब्रैकेट में देखेगा, उनको एक ग्रुप में देखेगा। जो 25 से 45 साल के लोग हैं उनको एक ब्रैकेट में देखेगा। इसी तरह जो 45 से अबव वाले लोग हैं उनको एक ब्रैकेट में देखेगा, ग्रुपिंग कर लेगा इनकी तीनों की। अच्छा, अब वो तीनों की ग्रुपिंग क्यों कर रहा है? वो तीनों की ग्रुपिंग इस वजह से कर रहा है कि साइकोलॉजिकली ये जो 3 एज ग्रुप हैं, ये तीनों का जो बिलीफ सिस्टम है ना वो डिफरेंट है। इनको यकीन दिलाने के लिए ना डिफरेंट मेथड्स हैं। अच्छा, सबसे पहले हम आ जाते हैं 18 से 24। इस ग्रुप को चाहे मेल हो चाहे फीमेल्स हो, ठीक है, इस ग्रुप को कहते हैं जेन जी। जनरेशन जी के अंदर जो ख़वातीन और हज़रात आते हैं, इनकी उम्रें जैसे अभी मैंने स्टार्टिंग में बताया कि 18 से लेकर 24 साल तक की एज की होती हैं,
और ये ऐसे प्राणी होते हैं कायनात के अंदर कि इनको फास्ट मूविंग एस्थेटिक, जल्दी जल्दी से काम होना और चीजें जो है वो स्टेटस की वजह से पसंद आती हैं, उनकी एक एक्चुअल वैल्यू की वजह से पसंद नहीं आती है। इनके ज़हन में यही होता है कि मेरे दोस्त ने खूंच छलांग मार दिया, मैं भी खूंच छलांग मारांगा। क्यों? स्टेटस है, एक स्वैग आ, ठीक है ना। ਉਹ ਜਿਹੜਾ ਸਵੈਗ ਆ ਨਾ ਉਹਦੇ ਪਿੱਛੇ ਜਿਹੜਾ ਵਾ ਨਾ ਉਹ ਆ ਜਨਰੇਸ਼ਨ ਜਿਹੜੀ ਆ ਨਾ ਉਹ ਪਾਗਲ ਆ, ਸ਼ੁਦਾਈ ਆ ਬਿਲਕੁਲ। ਇਹਨਾਂ ਦਾ ਮੈਕਸਿਮਮ ਜ਼ੇਨ ਇਹੀ ਹੁੰਦਾ ਇਹਨਾਂ ਨਿਆਣਿਆਂ ਦਾ ਕਿ ਯਾਰ ਅਸੀਂ ਨਾ ਬਸ ਕਿਸੇ ਤਰੀਕੇ ਦੇ ਨਾਲ ਨਾ ਕੁਇਕ ਤਰੀਕੇ ਦੇ ਨਾਲ ਕੋਈ ਨਾ ਕੋਈ ਕੰਮ ਹੋ ਜਾਵੇ ਤੇ ਸਾਡੇ ਕੋਲ ਰੁਪਈਏ ਆ ਜਾਣ, ਤੇ ਜਿਹੜਾ ਰੁਪਈਏ ਆ ਜਾਣ ਨਾ ਉਹ ਉਹਦੇ ਵਿੱਚ ਉਹਨਾਂ ਨੂੰ ਮਨਸੂਖ ਜਿਹੜਾ ਅੱਗੇ ਇੱਕ ਕਹ ਲਓਗੇ ਇੱਕ ਹਾਇਰ ਲੈਵਲ ਦੇ ਉੱਤੇ ਉਹਨਾਂ ਦੀ ਐਕਸਪੈਕਟੇਸ਼ਨ ਜ਼ਿਆਦਾ ਰੁਪਈਏ ਕਮਾ ਕੇ ਜੋ ਕਰਨ ਦੀ ਆ ਨਾ ਉਹ ਇਹੀ ਆ ਕਿ ਅਸੀਂ ਸਟੇਟਸ ਬਿਲਡ ਕਰਾਂਗੇ, ਠੀਕ ਆ, एक लग्जरी लाइफ होएगी साढ़े को, ते असी बहुत थोड़े जे पैसे ला के बहुत सारे पैसे कमाया करांगे या असी फ्री च पैसे कमाया करांगे। अच्छा, इस चक्कर दे विच ये लोग बहुत सारियां टिप्स एंड ट्रिक्स ते इस तरह दीयां चीज़ां नूं फॉलो करते हैं। ये तेज़ जिहड़े बोलण वाले लोग आ, म्यूजिक वाले आ, कोई रैप स्टार ते कोई भंगड़े वाले ते कोई फलाने ते कोई टमकाने, ये उन्हां दे अगड़ पिछड़ गाणियां नूं सुणदे रहिंदे आ, ठीक आ, ते फिर इमोशनल भी बड़े हुंदे आ कि बहुत जल्दी जड़ा ना छोटिया छोटिया गल्लां तो जड़ा ना जज्बाती होकर एक्शन लै लेंदे आ। हुण अगर असी सपोज करो कि जनरेशन जी के हवाले दे नाल कोई चीज़ लॉन्च करते हैं जिहड़ी कि ज़्यादातर फैशन इंडस्ट्री च काम हुंदा, क्योंकि फैशन इंडस्ट्री नूं ज़्यादा चढ़ाउण वाले या उस रैपीटेटिवली बाय करने वाली जिहड़ी कैटेगरी आ ना वो 18 तो 24 के दरम्यान आउंदी है। हुण सपोज करो कि मैं एज अ मार्केटर जाना वा जनरेशन जी के लोगों को इंटरनेट के उत्ते टारगेट करना, तो मैं डेफिनेटली ये काम करांगा कि मैं जिहड़ी ऐड बनावांगा उस ऐड दे अंदर मैं म्यूजिक जिहड़ा यूज़ करांगा वो तेज़ बीट वाला होएगा, जिहड़ी वीडियोज़ बनावांगा ਉਹਦੇ ਵਿੱਚ सोहना या ते यंग जिहा मुंडा या कुड़ी जिहड़ी आ ਉਹਨੂੰ रिप्रेजेंट करांगा। दूसरी चीज़ उस तो बाद ਉਹਦਾ ਜਿਹੜਾ ਨਾ ਉਹ इन फैशन होना चाहिए, यो माहौल लगना चाहिए ਉਹਨੂੰ। उस तो बाद मजीद कि ਉਹ ਗੱਲ ਵੀ ਜਿਹੜਾ ਵਾ ਨਾ ਉਹ ਭਾਵੇਂ ਅੱਧੀ ਗੱਲ करे ਤੇ ਅੱਧੀ ਗਾਲ ਕੱਢੇ, इदां ਉਹ ਗੱਲ ਕਰਨ ਵਾਲਾ ਹੋਵੇ। क्योंकि जे मैं जनरेशन जी नूं अट्रैक्ट करना ना तो मैं उन्हां वर्गा एक प्राणी जिहड़ा वा ना ਉਹ सोच के ना ਉਹਦੇ अकॉर्डिंगली एक ऐड बनानी कि ਜਿਹੜੀਆਂ ਚੀਜ਼ਾਂ ਉਹਨਾਂ ਨੂੰ ਪਸੰਦ ਆ ਰਹੀਆਂ, ਕਿ ਉਹਨਾਂ ਨੂੰ ਫਾਸਟ ਮਿਊਜ਼ਿਕ ਪਸੰਦ ਆ, ਮੈਂ ਫਾਸਟ ਮਿਊਜ਼ਿਕ ਲਾਵਾਂਗਾ। ਉਹਨਾਂ ਨੂੰ ਫਾਸਟ ਟ੍ਰਾਂਜੈਕਸ਼ਨ ਕੇ ਵੀਡੀਓ ਦੇ ਵਿੱਚ ਫਟਾਫਟ ਹੀ ਛਮ 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 ਸੀਨ ਬਦਲੀ ਜਾ ਰਿਹਾ, ਉਹਨਾਂ ਨੂੰ ਉਹ ਪਸੰਦ ਆ, ਮੈਂ ਉਹਨਾਂ ਵਾਸਤੇ ਉਹ ਲਾਵਾਂਗਾ, ਠੀਕ ਆ। ਉਸ ਤੋਂ ਬਾਅਦ ਮੈਨੂੰ ਪਤਾ ਵਾ ਕਿ ਉਹਨਾਂ ਦਾ ਜ਼ੇਨ ਇਹ ਨਹੀਂ ਹੁੰਦਾ ਹੈਗਾ ਕਿ ਯਾਰ ਸਾਨੂੰ ਇਹ 'ਚ ਸੇਵਿੰਗ ਮਿਲ ਜਾਵੇ, ਸਾਨੂੰ ਇਹ 'ਚ ਡਿਸਕਾਊਂਟ ਮਿਲ ਜਾਵੇ। ਉਹਨਾਂ ਦਾ ਜ਼ੇਨ ਸਿਰਫ ਇਹ ਹੁੰਦਾ ਵਾ ਕਿ ਯਾਰ ਸਾਡਾ ਸਟੇਟਸ ਬਣ ਜਾਵੇ ਔਰ ਸਾਡੀ ਵਾਹ-ਵਾਹ ਹੋ ਜਾਵੇ, ਉਹ ਲੋਕ ਕਹਿਣ ਵੀ ਬੱਲੇ ਵੀ ਬੱਲੇ, ਕਿਆ ਬਾਤ ਹੈ ਬਈ, ਸਾਰਾ ਅਸਮਾਨ ਜਿਹੜਾ ਉੱਤੇ ਤੇ ਜ਼ਮੀਨ ਥੱਲੇ ਆ ਚੌਰੀ ਦਾ ਮੁੰਡਾ ਹੀ ਹੈ, ਬਸ ਲੋਕ ਕਹਿਣ ਮਲਕ ਸਾਹਿਬ ਦਾ ਮੁੰਡਾ ਮਲਕ ਸਾਹਿਬ ਦਾ ਮੁੰਡਾ ਹੀ ਹੈ। ਆ ਜਿਹੜਾ ਬੱਚਾ ਨਾ 24 ਸਾਲ ਦੀ ਏਜ ਤੱਕ ਦਾ ਜਾਂ ਬੀਬੀ ਹੈ ਨਾ, ਇਹਦੇ ਦਿਮਾਗ ਦੇ ਵਿੱਚ ਇਸ ਤੋਂ ਜ਼ਿਆਦਾ ਹਾਲੇ ਤੱਕ ਕੋਈ ਲੌਜਿਕ ਨਹੀਂ ਬਣੀਆਂ ਪਾਕਿਸਤਾਨੀ ਦੀ, ਸਪੈਸ਼ਲੀ ਤੁਹਾਨੂੰ ਦੱਸ ਰਿਹਾ, ਠੀਕ ਹੈ। अच्छा, अगर असी जनरेशन जी नूं रिप्रेजेंट करने वास्ते कंटेंट बनाना वा तो असी फिर उन्होंने देखते आए बनावांगे, जिहो जिहा मूँह उहो ही जुत्ती। अच्छा, उस तो बाद अगले ग्रुप की अगर असी गल करिए तो वो साडा ग्रुप आ जांदा वा 25 तो लैके 45 ते इन्हां नूं किहा जांदा वा बूमर्स। आ जिहड़े बूमर्स हुंदे आ ना, ये बेसिकली मेरे तुहाडे वर्गे सारे लोग हुंदे आ। हुण इन्हां लोगां दे करैक्टरिस्टिक की हुंदे आ, इन्हां लोगां दे जेनेरिक करैक्टरिस्टिक्स तुहानूं दसदा कि इन्हां दा बिलीफ सिस्टम किंज काम करदा। इन्हां दा बिलीफ सिस्टम काम करदा रिसर्च दे उत्ते ते दोस्तां दे सजेशन दे उत्ते। आ दो चीज़ां जिहड़ियां ने इन्हां दियां कोर होंदियां। क्यों? इहदी एज दे दरम्यान तक पहुंचदियां उन्हां दा फ्रेंड साइकिल क्लोज हो चुकिया हुंदा, स्टेटस वाला कीड़ा दिमाग दे विचों लंबी नींद की गोली लैके सो चुकिया हुंदा वा, क्योंकि उन्हां नूं पता हुंदा वा कि कमाना वा जिंदगी च, मगर जिंदगी नूं बेहतर करने वास्ते कमाना वा। आ स्टेटस आ चीज़ां जिहड़ियां वा ना, ये किसी लैवल ते सिर्फ लोगों को दिखाने वास्ते मैटर करदियां, मगर पहली गल जरूरी है कि मेरे घर के अंदर रोटी जिहड़ी है ना वो टाइम ना बननी चाहिए, मेरी वो मैं अच्छी खा सकां, वो मेरे वास्ते जरूरी है। उसी निस्बत अगर असीं जैन जी नूं देखांगे ना तो घर पीण नूं नहीं हो तो माँ जिहड़ी आ छज्जण चली, वो हिसाब हो जांदा वा कि इन्हां दे घर खाण नूं आटा नहीं हुंदा, मगर ये जाके लिवाइस दी सेल दे विच जिहड़ा ना डैश फसा के उत्तों सेल चों पैंट लैके आउणगे, ठीक है। बिलीफ सिस्टम है ना एक अपना। अच्छा, हुण जदों बूमर्स की गल आती है ना, वो बड़ा पुठा जिहा सीन है उन्हां दा। वो लोग जिहड़े आ ना बड़ी ठंडी तबीयत दे हुंदे इस मामले दे विच कि उन्होंने कोई भी चीज़ ना उन्होंने रिसर्च करना वा, दो चार प्रूफ लभने आ और फिर कोशिश करनी उन्होंने अपने नैटवर्क के जिहड़े लोग ने, दोस्त ने, उन्होंने नाल उन्होंने डिस्कस करना वा, उस तो बाद उहदे उत्ते कोई ना कोई फाइनल डिसीजन लेना। तो हुण सपोज करो कि अगर असी जिहड़ी बूमर्स की जनरेशन आ, अगर असी उन्हां वास्ते कोई चीज़ जिहड़ी आ मार्केट कर रहे हैं, मार्केट करन च दोनों चीज़ां आ जाणगियां, सोशल मीडिया मार्केटिंग भी आ जाऊगी, एडवर्टीजमेंट भी आ जाऊगी, कन्फ्यूजन अपनी दूर रखियो, ठीक है। हुण मैं इहदे बिलीफ सिस्टम के नाल जिहड़ा वा ना चलांगा
ਠੀਕ ਆ। ਮੈਂ ਉਹਦੇ ਅਕੋਰਡਿੰਗਲੀ ਐਡ ਬਣਾਵਾਂਗਾ। ਜਦੋਂ ਮੈਂ ਉਹਦੇ ਅਕੋਰਡਿੰਗਲੀ ਐਡ ਜਾਂ ਮਾਰਕੀਟਿੰਗ ਦਾ ਮਟੀਰੀਅਲ ਬਣਾਵਾਂਗਾ ਤਾਂ ਫਿਰ ਮੈਂ ਸਿੰਪਲੀ ਇਹ ਕੰਮ ਕਰਾਂਗਾ ਕਿ ਮੈਨੂੰ ਪਤਾ ਕਿ ਯਾਰ ਉਹਨੂੰ ਨਾ ਚੀਜ਼ਾਂ ਦੀ ਤਰਤੀਬ ਅੱਛੀ ਲੱਗਦੀ ਆ, ਫਿਰ ਉਹਨੂੰ ਮੈਂ ਦੱਸਾਂਗਾ ਕਿ ਜਿਸ ਤਰ੍ਹਾਂ ਬੜੀ ਸਿੰਪਲ ਸਟੈਪ ਦੇ ਵਿੱਚ ਕਿ ਅਗਰ ਉਹ ਡਿਜੀਟਲ ਮਾਰਕੀਟਿੰਗ ਸਿੱਖਣਾ ਚਾਹ ਰਿਹਾ ਵਾ, ਮੈਂ ਉਹਨੂੰ ਉਹਦੇ ਵਾਸਤੇ ਅਟਰੈਕਟ ਕਰਨਾ, ਤੈਨੂੰ ਕਲੀਅਰਲੀ ਦੱਸਾਂਗਾ ਕਿ ਯਾਰ ਇੱਕ ਐਸਾ ਸਕਿੱਲ ਆ ਕਿ ਅਗਰ ਤੂੰ ਇਹਨੂੰ ਅਪਰੋਚ ਕਰੇ ਤੇ ਉਹਦੇ ਨਾਲ ਤੇਰੇ ਵਾਸਤੇ ਕਾਫੀ ਸਾਰੀਆਂ ਆਸਾਨੀਆਂ ਬਣ ਸਕਦੀਆਂ। ਉਹ ਆਸਾਨੀਆਂ ਤੂੰ ਕਿੱਦਾਂ ਵੈਲੂਏਟ ਕਰ ਸਕਦਾ ਵਿਦ ਇਨ ਦਿਸ 4 ਸਟੈਪ, 4 ਸਟੈਪ ਦੇ ਅੰਦਰ ਤੂੰ ਵੈਲੂਏਟ ਕਰ ਸਕਦਾ। ਫਸਟ ਯੂ ਨੀਡ ਟੂ ਆਇਡੈਂਟੀਫਾਈ ਆਈਡੀਆ, ਸੈਕੰਡ ਉਸ ਆਈਡੀਆ ਨੂੰ ਥੋੜਾ ਜਿਹਾ ਰਿਸਰਚ ਕਰੋ ਇੰਟਰਨੈਟ ਦੇ ਉੱਤੇ, ਥਰਡ ਉਹਦੀ ਜਿਹੜੀ ਹੈ ਨਾ AI ਦੇ ਥਰੂ ਪ੍ਰੈਜ਼ੈਂਸ ਬਣਾਓ, ਫੋਰਥ ਉਸ ਆਈਡੀਆ ਨੂੰ ਜਿਹੜਾ ਨਾ ਉਹ ਫੇਸਬੁੱਕ ਐਡਵਰਟਾਈਜ਼ਮੈਂਟ ਦੇ ਥਰੂ ਲਾਂਚ ਕਰ ਦਿਓ। ਅੱਛਾ, ਜਦੋਂ ਮੈਂ ਆ ਗੱਲ ਕਰਾਂਗਾ ਤਾਂ ਬਕਾਇਦਾ ਵੀਡੀਓ ਦੇ ਅੰਦਰ ਮੈਂ 4 ਸਟੈਪ ਪ੍ਰੋਸੀਜਰ ਉਹਨੂੰ ਦਿਖਾ ਦਵਾਂਗਾ। ਹੁਣ ਜਦੋਂ ਮੈਂ ਇਹਨੂੰ ਵੀਡੀਓ ਦੇ ਅੰਦਰ ਇਹ 4 ਸਟੈਪ ਪ੍ਰੋਸੀਜਰ ਦਿਖਾ ਦਵਾਂਗਾ ਨਾ ਤੇ ਆਹ ਬੰਦਾ ਜਿਹੜਾ ਵਾ ਨਾ ਇਹਦੇ ਬਿਲੀਫ ਸਿਸਟਮ ਦੇ ਅਕੋਰਡਿੰਗਲੀ ਮੇਰੀ ਮਾਰਕੀਟਿੰਗ ਤੇ ਮੇਰੀ ਐਡਵਰਟਾਈਜ਼ਮੈਂਟ ਇਹਦੇ ਵਾਸਤੇ ਪਰਫੈਕਟ ਕੰਮ ਕਰ ਰਹੀ ਹੈ। ਠੀਕ ਆ, ਇਹ ਬੰਦਾ ਐਜ਼ ਅ ਕਸਟਮਰ ਮੇਰੇ ਤੋਂ ਇਨਫਲੂਐਂਸ ਵੀ ਹੋਏਗਾ ਤੇ ਐਜ਼ ਅ ਬਾਇਰ ਹੁਣ ਨਹੀਂ ਕਰੇਗਾ ਤੇ ਆਉਣ ਵਾਲੇ ਵਕਤਾਂ 'ਚ ਮੇਰੇ ਕੋਲ ਬਾਇੰਗ ਕਰੇਗਾ। ਕਿਉਂ? ਹੁਣ ਮੈਨੂੰ ਪਤਾ ਵਾ ਕਿ ਮੈਂ ਜਿਹਨਾਂ ਲੋਕਾਂ ਵਾਸਤੇ ਕੰਮ ਕਰ ਰਿਹਾ ਵਾਂ ਨਾ ਉਹ ਲੋਕਾਂ ਦੇ ਮੁਤਾਬਿਕ ਮੈਂ ਚੀਜ਼ਾਂ ਲੈ ਕੇ ਆ ਰਿਹਾ। ਠੀਕ ਆ, ਇਹ ਬਹੁਤ ਜ਼ਰੂਰੀ ਹੈ। ਅੱਛਾ, ਉਸ ਤੋਂ ਬਾਅਦ ਜਿਹੜੀ ਅਗਲੀ ਜਨਰੇਸ਼ਨ ਆਂਦੀ ਹੈ ਨਾ, ਜਿਹੜੀ ਕਿ 45 ਤੋਂ ਔਨਵਰਡ ਵੀ ਤੁਸੀਂ ਉਹਨੂੰ ਕੰਸੀਡਰ ਕਰ ਸਕਦੇ ਹੋ। ਆਹ ਲੋਕ ਜਿਹੜੇ ਆ ਨਾ ਇਹਨਾਂ ਨੂੰ ਕਿਹਾ ਜਾਂਦਾ ਮਿਲੇਨੀਅਮਸ। ਆ ਜਿਹੜੇ ਮਿਲੇਨੀਅਮਸ ਹੁੰਦੇ ਆ ਨਾ ਇਹ ਜ਼ਰਾ ਖੜੂਸ ਕਿਸਮ ਦੇ ਲੋਕ ਹੁੰਦੇ ਆ। ਇਹ ਉਹ ਲੋਕ ਹੁੰਦੇ ਆ ਜਿਹੜੇ ਚੀਜ਼ਾਂ ਦੀ ਮੇਖ ਕੱਢਦੇ ਆ। ਕਿਉਂ ਮੇਖ ਕੱਢਦੇ ਆ? ਨਾਰਮਲੀ ਇਸ ਏਜ ਤੱਕ ਪਹੁੰਚਦਿਆਂ ਨਾ ਜ਼ਿਆਦਾਤਰ ਲੋਕ ਜਿਹੜੇ ਆ ਨਾ ਉਹ ਆਪਣੇ ਉਮਰ ਦੇ ਜਿਹੜੇ ਜ਼ਰੂਰੀ ਮਾਮਲਾਤ ਨੇ ਨਾ ਉਹ ਨਿਬੇੜ ਚੁੱਕੇ ਹੁੰਦੇ ਆ। ਫਾਈਨੈਂਸ਼ੀਅਲ ਦੀ ਸੂਰਤ 'ਚ ਉਹਨਾਂ ਨੂੰ ਹੋਰ ਕੁਝ ਨਹੀਂ ਮਾੜਾ ਚੰਗਾ ਇੰਨਾ ਕਿਤੇ ਆ ਗਏ ਹੁੰਦੇ ਆ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਯਾਰ ਹੁਣ ਫਾਈਨੈਂਸ਼ੀਅਲ ਦੀ ਐਡੀ ਸਟ੍ਰੈਸ ਨਹੀਂ ਰਹੀ। 2 ਮਕਾਨ ਲੈ ਕੇ ਕਿਰਾਏ ਤੇ ਚੜਾਤੇ, 2 ਦੁਕਾਨਾਂ ਲੈ ਲਈਆਂ, ਉਹ 1-2 ਹੋਰ ਜਗ੍ਹਾ ਤੇ ਫਾਈਲਾਂ ਆਈਆਂ, ਉਹ ਮਹੀਨੇ ਅੱਗੇ ਪਿੱਛੇ ਕਰੀ ਜਾਵਾਂਗੇ, 2 ਮੋਟਰਸਾਈਕਲਾਂ ਲੈ ਕੇ ਰੱਖੀਆਂ, ਕਦੀ ਉਹ ਵੇਚਦੀ ਕਦੀ ਉਹ ਲੈ ਲਈ। ਇਹ ਇਦਾਂ ਦੇ ਜੁਗਾੜੀ ਟਾਈਪ ਦੇ ਲੋਕ ਹੁੰਦੇ ਆ ਕਿ ਇਹਨਾਂ ਨੇ ਆਪਣੀ ਨਾ ਫਾਈਨੈਂਸ਼ੀਅਲ ਸਿਚੁਏਸ਼ਨ ਜਿਹੜੀ ਉਹਨੂੰ ਬਿਹਤਰ ਕਰ ਲਿਆ ਹੁੰਦਾ, ਮਗਰ ਇਹਨਾਂ ਦਾ ਬਿਲੀਫ ਸਿਸਟਮ ਜਿਹੜਾ ਹੁੰਦਾ ਨਾ ਉਹ ਬੜਾ ਹੀ ਡਿਫਰੈਂਟ ਐਕਟ ਕਰ ਰਿਹਾ ਹੁੰਦਾ ਕਿ ਇਹ ਰਿਜ਼ਲਟ ਦੇ ਉੱਤੇ ਬੇਸ ਕਰ ਰਿਹਾ ਹੁੰਦਾ ਟੋਟਲੀ। ਤੇ ਰਿਜ਼ਲਟ ਵੀ ਇਹਨੂੰ ਕਿਹੜਾ ਚਾਹੀਦਾ ਹੈ? ਰਿਐਲਿਟੀ ਬੇਸ ਰਿਜ਼ਲਟ ਚਾਹੀਦਾ ਹੁੰਦਾ ਹੈ। ਰਿਐਲਿਟੀ ਬੇਸ ਰਿਜ਼ਲਟ ਤੋਂ ਮੁਰਾਦ ਕਿ ਕੋਈ ਟਰੂ ਕਸਟਮਰ ਉਸ ਚੀਜ਼ ਦੀ ਵੈਲਿਊ ਸ਼ੇਅਰ ਕਰ ਰਿਹਾ ਹੋਵੇ ਤੇ ਫਿਰ ਇਹਨਾਂ ਨੂੰ ਯਕੀਨ ਆਣਾ ਕਿ ਯਾਰ ਹਾਂ ਫਲਾਨਾ ਬੰਦਾ ਵਾ ਐਸੇ ਇਹਦਾ, ਉਹਨੇ ਆਹ ਚੀਜ਼ ਕੀਤੀ ਤੇ ਉਹਨੂੰ ਫਾਇਦਾ ਹੋਇਆ, ਹਾਂ ਮੈਨੂੰ ਵੀ ਹੋ ਸਕਦਾ ਤਾਂ ਫਾਇਦਾ। ਠੀਕ ਆ, ਜਾਂ ਜਿਹੜਾ ਵਾ ਨਾ ਉਹ ਇਹਨਾਂ ਨੂੰ ਬਰੀਫ ਦੇ ਨਾਲ ਜਿਹੜੀਆਂ ਚੀਜ਼ਾਂ ਅਗਰ ਦੱਸੀਆਂ ਜਾਣ ਨਾ ਕਿ ਇਹਨਾਂ ਦੇ ਤਾਂ ਜਿਹੜੇ ਆ ਉਹ ਫਾਇਦੇ ਹੀ ਬੜੇ ਢੇਰੋਂ ਢੇਰ ਆ। ਲਾਈਕ ਜਿਸ ਤਰ੍ਹਾਂ ਸਾਡਾ ਅਗਰ ਤੁਸੀਂ ਬਰੋਸ਼ਰ ਹੁਣੀ ਥੋੜੀ ਦੇਰ ਪਹਿਲਾਂ ਜਿਹੜਾ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਦਿਖਾਇਆ ਕਿ ਉਹ ਜ਼ਿਆਦਾਤਰ ਜਿਹੜਾ ਵਾ ਨਾ ਉਹ ਜਿਹੜੀ ਮੈਂ ਤੁਹਾਨੂੰ ਹੁਣ ਕੈਟਾਗਰੀ ਡਿਸਕਸ ਕਰ ਰਿਹਾ ਨਾ ਇਸ ਕੈਟਾਗਰੀ ਨੂੰ ਅਟਰੈਕਟ ਕਰ ਰਿਹਾ। ਇਸ ਕਰਕੇ ਅਸੀਂ ਉਹ 'ਚ ਬੜਾ ਸਟ੍ਰੇਟ ਫਾਰਵਰਡ ਵਰਡ ਯੂਜ਼ ਕੀਤਾ ਕਿ ਪੋਟੈਂਸ਼ੀਅਲ ਕਸਟਮਰ, ਇੰਨੇ ਪੋਟੈਂਸ਼ੀਅਲ ਕਸਟਮਰ ਤੱਕ ਤੁਹਾਨੂੰ ਰੀਚ ਮਿਲੇ ਕਿ ਅਸੀਂ ਕਤਈ ਤੌਰ ਤੇ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਤੁਹਾਨੂੰ ਸੋਸ਼ਲ ਮੀਡੀਆ ਮਾਰਕੀਟਿੰਗ ਕਰਕੇ ਦੇਣੀ ਹੈ। ਇਸ ਚੀਜ਼ ਨੂੰ ਪ੍ਰਾਇੋਰਟਾਈਜ਼ ਕਰਾਂਗੇ ਤਾਂ ਉਹਨਾਂ ਨੇ ਸਾਡੀ ਸੁਣਨੀ ਨਹੀਂ। ਅਸੀਂ ਤੇ ਉਹਨਾਂ ਨੂੰ ਸਿੰਪਲ ਕਹਿ ਰਹੇ ਕਿ ਤੁਹਾਨੂੰ 2 ਲੱਖ ਤੁਹਾਡੇ ਤਰਗੇ ਕਸਟਮਰਾਂ ਤੱਕ ਪਹੁੰਚਾ ਕੇ ਦੇਵਾਂਗੇ, ਜਿਹੜੇ ਤੁਹਾਡੇ ਬਿਜ਼ਨਸ ਦੀ ਜ਼ਰੂਰਤ ਹੈ ਉਹਨਾਂ ਤੱਕ ਪਹੁੰਚਾ ਕੇ ਦੇਵਾਂਗੇ। ਤੇ ਇਹਨਾਂ ਲੋਕਾਂ ਦਾ ਜਿਹੜਾ ਬਿਲੀਫ ਸਿਸਟਮ ਹੁੰਦਾ ਨਾ ਉਹ ਟੈਸਟ ਤੇ ਉਹਦੀ ਜਸਟੀਫਿਕੇਸ਼ਨ ਦੇ ਉੱਤੇ ਜਿਹੜਾ ਨਾ ਉਹ ਕਰ ਰਿਹਾ ਹੁੰਦਾ ਵਾ। ਤੇ ਇਹ ਲੋਕ ਜਿਹੜੇ ਆ ਨਾ ਕੰਮ ਦੇ ਹਵਾਲੇ ਦੇ ਨਾਲ ਨਾ ਜ਼ਿਆਦਾ ਸਸਟੇਨੇਬਲ ਹੁੰਦੇ ਆ। ਕਿਉਂ ਸਸਟੇਨੇਬਲ ਹੁੰਦੇ ਆ? ਕਿਉਂਕਿ ਇਹਨਾਂ ਨੇ ਮਾਰ ਖਾ ਲਈ ਹੁੰਦੀ ਆ ਤੇ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਅਗਰ ਕੋਈ ਅੱਛਾ ਰਿਸੋਰਸ ਮਿਲ ਜਾਣਾ ਤੇ ਕੋਸ਼ਿਸ਼ ਕਰਦੇ ਆ ਆਪਣੇ ਜਿਹੜੇ ਕੋਈ ਕੰਮ ਬਾਕੀ ਦੇ ਵੀ ਆ ਨਾ ਉਹ ਉਹਦੇ ਕੋਲ ਹੀ ਕਰਾ ਲੈਣ, ਅੰਦਰ ਬਾਹਰ ਨਾ ਜਾਣ। ਹੁਣ ਜਿਹੜੀਆਂ ਮੈਂ ਤੁਹਾਨੂੰ ਆਡੀਅנס ਦੀਆਂ 3 ਕੈਟਾਗਰੀਆਂ ਦੱਸੀਆਂ ਨਾ ਕਿ ਸਭ ਤੋਂ ਪਹਿਲੀ ਜਨਰੇਸ਼ਨ Z 18 ਤੋਂ ਲੈ ਕੇ 24 ਤੱਕ, ਮੇਲ ਫੀਮੇਲ ਦੋਨੇ ਆ ਜਾਂਦੇ ਪਾਕਿਸਤਾਨ ਦੇ। ਦੂਸਰੇ ਨੰਬਰ ਦੇ ਉੱਤੇ ਜਨਰੇਸ਼ਨ ਜਿਹੜੀ ਆ ਉਹ ਬੂਮਰਸ 25 ਤੋਂ 45 ਦੇ ਦਰਮਿਆਨ ਦੀ। ਠੀਕ ਆ, ਉਹਦੇ ਵਿੱਚ ਵੀ ਮੇਲ ਫੀਮੇਲ ਸਾਰੇ ਆ ਜਾਂਦੇ। ਤੀਸਰੇ ਨੰਬਰ ਤੇ 44 ਤੋਂ ਔਨਵਰਡ। ਠੀਕ ਆ, ਹੁਣ ਜਦੋਂ ਵੀ ਅਸੀਂ ਕੰਟੈਂਟ ਬਣਾਉਣਾ ਵਾ ਇੰਟਰਨੈਟ ਦੇ ਉੱਤੇ ਜਾਂ ਕੋਈ ਵੀ ਬਿਜ਼ਨਸ ਚਲਾਉਣਾ ਵਾ ਉਹ 'ਚ ਸਭ ਤੋਂ ਪਹਿਲੀ ਚੀਜ਼ ਇਹੀ ਆ ਕਿ ਸਾਡਾ ਰਿਕੁਆਇਰਡ ਕਸਟਮਰ ਕੀ ਆ। ਇਸੇ ਤਰ੍ਹਾਂ ਹਰ ਜਨਰੇਸ਼ਨ ਜਿਹੜੀ ਆ ਨਾ ਉਹਦੀ ਆਪਣੀ ਇੱਕ ਕੋਰ ਵੈਲਿਊ ਆ, ਉਹਦੀ ਆਪਣੀ ਇੱਕ ਅਟੈਚਮੈਂਟ ਆ। ਹੁਣ ਤੁਹਾਡੇ ਉੱਤੇ ਆ ਕਿ ਤੁਸੀਂ ਉਹਨਾਂ ਨੂੰ ਕੀ ਡਿਲੀਵਰ ਕਰਦੇ ਆ, ਤੁਸੀਂ ਉਹਨਾਂ ਨੂੰ ਉਹਦੇ ਕਿਹੜੇ ਪ੍ਰੋਬਲਮ ਦਾ ਸੋਲੂਸ਼ਨ ਡਿਲੀਵਰ ਕਰਦੇ ਆ। ਤੁਸੀਂ ਜਿਹੜੇ ਉਹਨਾਂ ਨੂੰ ਉਹਦੇ ਮਸਲੇ ਦਾ ਹੱਲ ਜਿਹੜਾ ਵਾ ਨਾ ਉਹ ਕਰਕੇ ਦਿਓਗੇ, ਉਹਦੇ ਅਕੋਰਡਿੰਗਲੀ ਤੁਸੀਂ ਉਹਨਾਂ ਦੇ ਕੋਲੋਂ ਨਾ ਉਹ ਜ਼ਿੰਦਗੀ ਭਰ ਚਾਰਜ ਕਰ ਸਕਦੇ ਹੋ। ਅੱਛਾ, ਹੁਣ ਕੰਟੈਂਟ ਬਣਾਉਣ ਦੇ ਹਵਾਲੇ ਦੇ ਨਾਲ ਮੰਡੇ ਵਾਲੇ ਦਿਨ ਮੈਂ ਤੁਹਾਡੇ ਨਾਲ ਕੁਝ ਚੀਜ਼ਾਂ ਡਿਸਕਸ ਕੀਤੀਆਂ, ਫਿਰ ਟਿਊਜ਼ਡੇ ਵਾਲੇ ਦਿਨ ਵੀ ਡਿਸਕਸ ਹੋਈਆਂ। ਉਹਦੇ ਵਿੱਚ ਹੁਣ ਤੱਕ ਜਿੰਨੀਆਂ ਸ਼ੇਪਸ ਮੈਂ ਤੁਹਾਡੇ ਨਾਲ ਡਿਸਕਸ ਕੀਤੀਆਂ ਨਾ ਉਹ ਸਾਰੀਆਂ ਦੀਆਂ ਸਾਰੀਆਂ ਸ਼ੇਪਸ ਜਿਹੜੀਆਂ ਨਾ ਉਹ ਕ੍ਰੀਏਟ ਕਰਨੀਆਂ ਪੈਂਦੀਆਂ, ਡਿਜ਼ਾਈਨਿੰਗ ਕਰਨੀ ਪੈਂਦੀ, ਕੰਟੈਂਟ ਲੱਭਣਾ ਪੈਂਦਾ, ਫਿਰ ਇਹ ਚੀਜ਼ਾਂ ਜਿਹੜੀਆਂ ਨਾ ਉਹ ਥੋੜੀਆਂ ਕਰਕੇ ਜਿਹੜਾ ਨਾ ਹੁੰਦੀਆਂ ਵਾ ਤੇ ਫਿਰ ਉਹ 'ਚ ਮਿਹਨਤ ਜ਼ਿਆਦਾ ਕਰਨੀ ਪੈਂਦੀ ਆ। ਫਿਰ ਤੁਹਾਨੂੰ ਕੋਈ ਜਿਹੜਾ ਨਾ ਹੱਥ ਪੱਲਾ ਨਜ਼ਰ ਆਉਂਦਾ। ਮਗਰ ਉੱਥੇ ਹੀ ਅਗਰ ਤੁਸੀਂ ਥੋੜੇ ਜਿਹੇ ਮਜ਼ਬੂਤ ਅਸਾਬ ਦੇ ਇਨਸਾਨ ਹੋ ਤੇ ਮੈਂ ਤੁਹਾਨੂੰ ਅੱਜ ਜਿਹੜੀ ਸਟ੍ਰੈਟੇਜੀ ਹੁਣ ਤੁਹਾਨੂੰ ਬਾਬਰ ਕਰਵਾਉਣ ਲੱਗਾ ਨਾ ਉਹ ਤੁਹਾਡੀਆਂ
ਤਿੰਨਾਂ ਕਿਸਮ ਦੀ ਆਡੀਅנס ਨੂੰ ਜਿਹੜਾ ਨਾ ਬੈਕ ਵਕਤ ਜਿਹੜਾ ਵਾ ਨਾ ਉਹ ਕੈਪਚਰ ਕਰੇਗੀ, ਜ਼ੀ ਨੂੰ ਵੀ, ਬੂਮਰਸ ਨੂੰ ਵੀ ਤੇ ਮਿਲੇਨੀਅਮਸ ਨੂੰ ਵੀ। ਤਿੰਨਾਂ ਆਡੀਅנס ਨੂੰ ਬੈਕ ਵਕਤ ਉਹ ਜਿਹੜੀ ਉਹ ਕੰਟੈਂਟ ਸਟ੍ਰੈਟਜੀ ਆ ਨਾ ਉਹ ਕੈਪਚਰ ਕਰਨ 'ਚ ਹੈਲਪਫੁਲ ਰਹੇਗੀ। ਉਹਨੂੰ ਅਸੀਂ ਕਹੀਦਾ D2C, ਡਾਇਰੈਕਟ ਟੂ ਕੰਜ਼ਿਊਮਰ ਕੰਟੈਂਟ ਸਟ੍ਰੈਟਜੀ। ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜੀ ਪਪੂਲਰ ਸਟ੍ਰੈਟਜੀ ਆ ਕੰਟੈਂਟ ਦੀ ਉਹ ਵਾਲੀ ਆ। ਦੇਖਣੇ ਨੂੰ ਬਹੁਤ ਹੀ ਆਸਾਨ ਤੇ ਯਕੀਨ ਕਰੋ, ਮਗਰ ਇਹ ਕਿ ਕਰਨੇ 'ਚ ਸਟਾਰਟਿੰਗ 'ਚ ਥੋੜੀ ਜੀ ਮੁਸ਼ਕਲ ਆ ਉਹਦੇ ਵਿੱਚ, ਮਗਰ ਜਿੱਦਾਂ ਜਿੱਦਾਂ ਤੁਸੀਂ ਕਰਨਾ ਸ਼ੁਰੂ ਕਰ ਦੋਗੇ ਆਸਾਨੀਆਂ ਹੀ ਆਸਾਨੀਆਂ ਹੋ 'ਚ। ਅੱਛਾ, ਉਹਦੀ ਐਗਜ਼ਾਮਪਲ ਤੁਹਾਨੂੰ ਮੈਂ ਦਿੰਦਾ ਡਾਇਰੈਕਟ ਟੂ ਕੰਜ਼ਿਊਮਰ ਕੰਟੈਂਟ ਦੀ। ਅੱਛਾ, ਡਾਇਰੈਕਟ ਟੂ ਕੰਜ਼ਿਊਮਰ ਦਾ ਵਰਡ ਮੈਂ ਇਸ ਕਰਕੇ ਯੂਜ਼ ਕੀਤਾ ਕਿ ਤੁਸੀਂ ਉਹ 'ਚ ਨਾ ਡਾਇਰੈਕਟਲੀ ਕਸਟਮਰ ਦੇ ਨਾਲ ਮੁਖਾਤਬ ਹੁੰਦੇ ਹੋ, ਤੇ ਕਸਟਮਰ ਦੇ ਨਾਲ ਜਦੋਂ ਤੁਸੀਂ ਮੁਖਾਤਬ ਹੁੰਦੇ ਹੋ ਨਾ, ਤੇ ਤੁਸੀਂ ਆਪਣੀ ਪ੍ਰੋਡਕਟ ਜਾਂ ਆਪਣੀ ਇੱਕ ਜਿਹੜੀ ਕੋਈ ਵੇਚਣ ਵਾਲੀ ਸ਼ੈ ਨਾ ਉਹਦੇ ਬਿਹਾਵ ਦੇ ਉੱਤੇ ਤੁਸੀਂ ਨਹੀਂ ਉਹਦੇ ਨਾਲ ਜਿਹੜਾ ਨਾ ਉਹ ਉਸ ਟਾਈਮ ਤੇ ਕਮਿਊਨੀਕੇਟ ਕਰ ਰਹੇ ਹੁੰਦੇ, ਤੁਸੀਂ ਉਸ ਟਾਈਮ ਦੇ ਉੱਤੇ ਕੋਈ ਨਾ ਕੋਈ ਪ੍ਰੋਬਲਮ ਹੁੰਦਾ ਉਹਦਾ ਸੋਲੂਸ਼ਨ ਕ੍ਰੀਏਟ ਕਰ ਰਹੇ ਹੁੰਦੇ ਹੋ। ਜਿੱਦਾਂ ਐਗਜ਼ਾਮਪਲ ਲੈ ਲੈਂਦੇ ਆਪਾਂ ਇੱਥੇ ਹੁਣੀ, ਕੁਝ ਦਿਨ ਪਹਿਲਾਂ ਇੱਕ ਛੋਟਾ ਜਿਹਾ ਪ੍ਰੋਬਲਮ ਮੈਨੂੰ ਫੇਸ ਹੋਇਆ ਕਿ ਮੈਨੂੰ ਪਤਾ ਲੱਗਿਆ ਕਿ ਸਾਡੇ ਨਾ ਜਿਹੜਾ ਆਫਿਸ ਦਾ ਵਾਸ਼ਰੂਮ ਆ ਜਿਹੜਾ ਉੱਪਰ ਵਾਲੇ ਫਲੋਰ ਦੇ ਉੱਤੇ ਆ, ਉਸ ਵਾਸ਼ਰੂਮ ਦੀ ਜਿਹੜੀ ਕਲੀਨਿੰਗ ਨਾ ਹੋਣ ਦੀ ਵਜ੍ਹਾ ਤੋਂ ਨਾ ਉੱਥੇ ਤਕਰੀਬਨ 1 ਇੰਚ ਦੀ ਮੱਟੀ ਦੀ ਤਹਿ ਜਿਹੜੀ ਆ ਨਾ ਜੰਮ ਗਈ। ਅੱਛਾ, ਹੁਣ ਉਹਨਾਂ ਨੇ ਉਹ ਮਲਟੀਪਲ ਜਿਹੜਾ ਵਾ ਉਹ ਕੰਮ ਕੀਤੇ ਹੋਇਆ ਕਿ ਉਹਨਾਂ ਨੇ ਉਹ ਹਰਪਿਕ ਨੀਲਾ ਵੀ ਤੇ ਪੀਲਾ ਵੀ ਤੇ ਕਾਲਾ ਵੀ ਉਹਨਾਂ ਨੇ ਟਰਾਈ ਕਰਕੇ ਦੇਖੇ। ਤੇਜ਼ਾਬ ਜਿਹੜਾ ਵਾ ਉਹ ਡਰਦਿਆਂ ਨਹੀਂ ਸੀ ਪਾ ਰਹੇ ਕਿ ਯਾਰ ਉਹ ਟਾਈਲਾਂ ਲੱਗੀਆਂ ਤੇ ਉਹ ਉਹਨਾਂ ਦੇ ਉੱਪਰ ਉਹ ਕੋਈ ਮਟੀਰੀਅਲ ਜਿਹਾ ਹੁੰਦਾ ਵਾ ਉਹ ਖਰਾਬ ਹੋ ਜਾਏਗਾ ਤੇ ਫਿਰ ਉਹ ਉਹਨਾਂ ਦੀ ਉਸ ਤਰ੍ਹਾਂ ਦੀ ਸ਼ਾਈਨਿੰਗ ਨਹੀਂ ਰਹੇਗੀ। ਸੋ ਇਵੈਂਚੁਅਲੀ ਮੈਂ ਥੋੜਾ ਜਿਹਾ ਇੰਟਰਨੈਟ ਦੇ ਉੱਤੇ ਸਰਚ ਕੀਤਾ ਤੇ ਮੈਨੂੰ ਪਤਾ ਲੱਗਿਆ ਕਿ ਸਾਲਟ ਐਸਿਡ ਆਂਦਾ, ਨਮਕ ਦਾ ਤੇਜ਼ਾਬ ਆਂਦਾ, ਅਗਰ ਉਹਨੂੰ ਪਾਣੀ 'ਚ ਮਿਕਸ ਕਰਕੇ ਕਿਸੇ ਵੀ ਐਸੀ ਜਗ੍ਹਾ ਦੇ ਉੱਤੇ ਜਿੱਥੇ ਮੈਲ ਜਿਹੜੀ ਹੈ ਨਾ ਉਹ ਫੁੱਲ ਲੁੱਕ ਤਰ੍ਹਾਂ ਜੰਮ ਗਈ ਹੋਈ ਆ, ਅਗਰ ਉਹਨੂੰ ਉਸ ਜਗ੍ਹਾ ਦੇ ਉੱਤੇ ਜਿਹੜਾ ਵਾ ਨਾ ਪਾਇਆ ਜਾਵੇ ਨਾ ਤੇ ਉੱਥੋਂ ਬੜੀ ਆਸਾਨੀ ਦੇ ਨਾਲ ਜਿਹੜਾ ਵਾ ਨਾ ਉਹ ਤੁਸੀਂ ਕਹਿ ਲਓ ਕਿ ਉਸ ਤਰ੍ਹਾਂ ਦੀ ਡਰਟ ਜਿਹੜੀ ਆ ਨਾ ਉਹਨੂੰ ਕਲੀਨ ਕਰ ਸਕਦੇ ਹੋ। ਅੱਛਾ, ਮੈਂ ਉਸ ਚੀਜ਼ ਨੂੰ ਅੱਗੇ ਟਰਾਇਲ ਕਰਨ ਵਾਸਤੇ ਸੁਜੈਸਟ ਕੀਤਾ, ਪਤਾ ਕੀਤਾ ਤੇ ਸਾਲਟ ਐਸਿਡ ਜਿਹੜਾ ਸੀਗਾ ਉਹ 110 ਰੁਪਏ ਦਾ 1.5 ਲੀਟਰ ਆਉਂਦਾ। 1.5 ਲੀਟਰ ਸਾਲਟ ਐਸਿਡ ਲਿਆਇਆ ਗਿਆ ਤੇ ਜੋ ਕੇਅਰ ਉਹਨਾਂ ਨੇ ਦੱਸੀ ਸੀ ਅਸੀਂ ਉਸ ਕੇਅਰ ਦੇ ਅਕੋਰਡਿੰਗਲੀ ਉਹਦੀ ਕਲੀਨਿੰਗ ਸਟਾਰਟ ਕਰਾਈ ਤੇ ਲਿਟਰਲੀ 12 ਮਿੰਟ ਬਾਅਦ ਉਹ ਕਲੀਨਿੰਗ ਵਾਲਾ ਲੜਕਾ ਜਿਹੜਾ ਉਹ ਕਲੀਨਿੰਗ ਕਰਕੇ ਬਾਹਰ ਆ ਗਿਆ ਤੇ ਉਹ ਪਲੇਸ ਜਿਹੜੀ ਆ ਨਾ ਉਹ ਬਿਲਕੁਲ ਆਈਨਾ। ਸਾਨੂੰ ਉਦੋਂ ਪਤਾ ਲੱਗਿਆ ਕਿ ਉਹ ਜਿਹੜਾ ਉਹ ਵਾਸ਼ਰੂਮ ਆ ਕਿ ਉਹਦੇ ਟਾਈਲਾਂ ਦਾ ਕਲਰ ਜਿਹੜਾ ਨਾ ਉਹ ਸ਼ੇਡਡ ਆ, ਉਹ 'ਚ 2 ਟਾਈਲਾਂ ਦੇ ਕਲਰ ਸੀ। ਮੇਨ ਚੀਜ਼ ਕੀ ਤੁਹਾਨੂੰ ਇਸ ਗੱਲ ਦਾ ਦੱਸਣ ਦਾ ਮਕਸਦ ਇਹ ਹੈ ਕਿ ਤੁਹਾਨੂੰ ਮੈਂ ਕੋਈ ਕਲੀਨਿੰਗ ਦਾ ਫਾਰਮੂਲਾ ਨਹੀਂ ਦੱਸ ਰਿਹਾ, ਮੈਂ ਤੁਹਾਨੂੰ ਸਿਰਫ ਇਹ ਦੱਸ ਰਿਹਾ ਕਿ ਇੱਕ ਪ੍ਰੋਬਲਮ ਦਾ ਸੋਲੂਸ਼ਨ ਮਿਲਣਾ, ਕਿ ਅਸੀਂ ਤੇ ਵੈਸੇ ਹੀ ਉਸ ਪ੍ਰੋਬਲਮ ਨੂੰ ਸਰਚ ਕੀਤਾ YouTube ਦੇ ਉੱਤੇ ਤੇ ਸਾਨੂੰ ਉਹਦਾ ਸੋਲੂਸ਼ਨ ਮਿਲ ਗਿਆ ਤੇ ਉਹ ਸਟ੍ਰੇਟ ਫਾਰਵਰਡ ਮਿਲ ਗਿਆ। ਹੁਣ ਜਦੋਂ ਅਸੀਂ ਕਿਸੇ ਇਸ ਤਰ੍ਹਾਂ ਦੇ ਪ੍ਰੋਬਲਮ ਦੇ ਸੋਲੂਸ਼ਨ ਦੇ ਨਾਲ ਜਾਈਦਾ ਨਾ ਹਮੇਸ਼ਾ, ਤੇ ਉਹ ਮੂਵਮੈਂਟ ਆ ਕਿ ਜਿੱਥੇ ਤੁਸੀਂ ਇਹ ਚੀਜ਼ ਜਿਹੜੀ ਆ ਨਾ ਉਹ ਕਹਿ ਸਕਦੇ ਹੋ ਕਿ ਯਾਰ ਹਾਂ ਆ ਜਿਹੜਾ ਮਤਲਬ ਬੰਦਾ ਨਾ ਆ ਜੈਨੂਇਨ ਆ, ਉਦੋਂ ਹੀ ਅਸੀਂ ਕਹੀਦਾ ਡਾਇਰੈਕਟ ਟੂ ਕੰਜ਼ਿਊਮਰ। ਇਹਦੀ ਇੱਕ ਐਗਜ਼ਾਮਪਲ ਜਿਹੜੀ ਹੈ ਨਾ ਉਹ ਵੈਰੀ ਅਰਲੀਅਰ ਮੈਂ 2019 ਦੇ ਅੰਦਰ ਜਿਹੜੀ ਸਟਾਰਟ ਜਦੋਂ ਲਿਆ ਨਾ, ਉਹ ਮੇਰਾ ਡਾਇਰੈਕਟ ਟੂ ਕੰਜ਼ਿਊਮਰ ਦਾ ਜਿਹੜਾ ਬ੍ਰਾਂਡ ਸੀਗਾ ਨਾ, ਮਤਲਬ ਬੇਸਿਕ ਕਿ ਸੈਲਫ ਬ੍ਰਾਂਡਿੰਗ ਤੇ ਡਾਇਰੈਕਟ ਟੂ ਕੰਜ਼ਿਊਮਰ ਦੇ ਉੱਤੇ ਜਿਹੜਾ ਵਾ ਨਾ ਕੰਟੈਂਟ ਬਣਾਉਣਾ, ਉਹਦੇ ਉੱਤੇ ਮੈਂ ਸਟਾਰਟ ਲਿਆ। ਉਹਦੇ ਵਾਸਤੇ ਮੈਂ ਜਿਹੜਾ ਕੰਮ ਕੀਤਾ ਮੈਂ ਉਹ ਇਹ ਕੀਤਾ ਕਿ ਮੈਂ ਤੁਹਾਨੂੰ ਪੂਰੀ ਪਲੇਲਿਸਟ ਜਿਹੜੀ ਆ ਨਾ ਹੁਣ ਥੋੜੀ ਜਿਹੀ ਦਿਖਾਣਾ, ਉਹਦੇ ਨਾਲ ਤੁਹਾਨੂੰ ਬੜੇ ਅੱਛੇ ਤਰੀਕੇ ਨਾਲ ਆਈਡੀਆ ਆਏਗਾ ਕਿ ਡਾਇਰੈਕਟ ਟੂ ਕੰਜ਼ਿਊਮਰ ਕੰਟੈਂਟ ਹੈ ਕੀ, ਉਹ ਕਿੱਦਾਂ ਅਪਰੋਚ ਕਰ ਰਿਹਾ। ਮੈਂ ਇੱਕ ਛੋਟੀ ਜਿਹੀ ਇਨਵੈਸਟਮੈਂਟ ਜਿਹੜੀ ਆ ਨਾ ਉਹ ਕੁਝ ਪਾਰਟੀਆਂ ਦੇ ਨਾਲ ਰਲ ਕੇ ਇੱਕ ਮਾਰਟ ਦੇ ਹਵਾਲੇ ਦੇ ਨਾਲ ਕੀਤੀ ਸੀ ਕਿਸੇ ਟਾਈਮ 'ਚ। ਉਸ ਇਨਵੈਸਟਮੈਂਟ ਦੇ ਵਿੱਚੋਂ ਅਗਰ ਮੈਂ ਉਸ ਫਿਜ਼ੀਕਲ ਬਿਜ਼ਨਸ ਦੇ ਉੱਤੇ ਰਹਿਣਾ ਤਾਂ ਮੈਨੂੰ ਕੁਝ ਵੀ ਨਹੀਂ ਸੀ ਬਚਦਾ, ਮਗਰ ਚੂੰਕਿ ਮੈਂ ਨਾ ਉਹਨੂੰ ਡਾਇਰੈਕਟ ਟੂ ਕੰਜ਼ਿਊਮਰ ਕਰਨਾ ਸ਼ੁਰੂ ਕਰਤਾ ਉਹਦੀ ਮਾਰਕੀਟਿੰਗ ਨੂੰ ਨਾ, ਤਾਂ ਉਸ ਤੋਂ ਬਾਅਦ ਕਾਰੋਬਾਰ ਤੇ ਜਿਹੜਾ ਵਾ ਨਾ ਉਹ ਮੈਨੂੰ ਕੁਝ ਨਹੀਂ ਐਡਾ ਕੋਈ ਖਾਸ ਦੇ ਕੇ ਗਿਆ, ਮਗਰ ਜਿਹੜਾ ਮੈਂ ਉਹਦੀ ਡਾਇਰੈਕਟ ਟੂ ਕੰਜ਼ਿਊਮਰ ਕੰਟੈਂਟ ਸਟ੍ਰੈਟਜੀ ਦੇ ਉੱਤੇ ਕੰਮ ਕੀਤਾ, ਉਸ ਚੀਜ਼ ਨੇ ਜਿਹੜਾ ਵਾ ਉਹ ਅਲਹਮਦੁਲਿਲਾ ਮੈਨੂੰ ਇਸ ਕਾਬਲ ਕਰ ਦਿੱਤਾ ਕਿ ਮਾਰਕੀਟ ਦੇ ਅੰਦਰ FMCG ਦੇ ਹਵਾਲੇ ਦੇ ਨਾਲ ਅੱਜ ਦੀ ਡੇਟ ਦੇ ਵਿੱਚ ਵੀ ਕਿ ਜਿਹੜੇ ਲੋਕ ਕੰਮ ਕਰਨ ਵਾਲੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਉਹ ਪ੍ਰਾਇੋਰਟਾਈਜ਼ ਕਰਦੇ ਆ ਮੈਨੂੰ ਕਿ ਯਾਰ ਅਸੀਂ ਇਹਨਾਂ ਨੂੰ ਜਿਹੜਾ ਨਾ ਉਹ ਕੰਸਲਟੈਂਸੀ ਵਾਸਤੇ ਹਾਇਰ ਕਰੀਏ, ਕਿਉਂਕਿ ਇਹ ਸਾਨੂੰ ਇਸ ਚੀਜ਼ 'ਚ ਨਾ ਉਹ ਬਿਹਤਰ ਸੋਲਵ ਕਰਕੇ ਦੇ ਸਕਦੇ ਆ ਚੀਜ਼ਾਂ, ਬਿਹਤਰ ਤਰੀਕੇ ਨਾਲ ਉਹਨਾਂ ਦਾ ਹੱਲ ਦੇ ਸਕਦੇ ਆ। ਠੀਕ ਆ, ਰਾਉਂਡ ਅਬਾਊਟ ਕੋਈ ਮੈਂ ਉਸ ਟਾਈਮ ਦੇ ਉੱਤੇ 25 ਕੰਟੈਂਟ ਜਿਹੜੇ ਨੇ ਨਾ ਉਹ ਬਣਾਏ ਇਹਦੇ ਉੱਤੇ। ਅੱਛਾ, ਉਹ ਕੰਟੈਂਟ ਜਿੰਨੇ ਵੀ ਸੀਗੇ ਉਹ ਉਹਦੀ ਪਹਿਲੀ ਕੜੀ ਸੀਗੀ ਜਿਹੜੀ ਬਣਾਈ ਗਈ ਕਿ ਉਹਨਾਂ ਦੇ ਵਿੱਚ ਨਾ ਸਟ੍ਰੇਟ ਫਾਰਵਰਡ ਜਿਹੜਾ ਨਾ ਉਹ ਮੈਂ ਡਿਸਕਸ਼ਨ ਕੀਤੀ ਉਸ ਬਿਜ਼ਨਸ ਦੀ ਕਿ ਉਹ ਬਿਜ਼ਨਸ ਕੀ ਆ, ਕਿੰਜ ਇੰਪੈਕਟ कर रहा। थोड़ा जा तेन ओवरव्यू देने वास्ते तेन मैं अस्सलाम वालेकुम दोस्तों, मैं हूं मोहम्मद शहबाज। आज हाजिर हूं मैं आप लोगों के साथ कि कैसे आप अपने लिए एक कैश एंड कैरी या
रिटेल ग्रोसरी स्टोर का बिजनेस सेटअप कर सकते हैं। तो ये रिटेल स्टोर सेटअप करने के लिए सबसे पहली चीज़ तो ये ज़रूरी है कि आपके पास अच्छी इन्वेस्टमेंट होनी चाहिए, एंड सेकेंडली आपको कंसिस्टेंट रहना पड़ेगा इसके अंदर। एटलीस्ट यार 1 साल आपको कंसिस्टेंट रहना पड़ेगा, तब आप इसके अंदर जो मेजर ग्रोथ है या इसके जो मेजर प्रॉफिट्स हैं उनको आप अपने लिए लेवरेज कर सकते हैं। तो अगर तो आप वाकई में विलिंग है अपने लिए एक ऐसी प्रोडक्ट तैयार करने के लिए जो मल्टीपल वेज से आपको इनकम दे सके, क्योंकि जहां पे हम अब यहाँ पे मिस नादिया का एक क्वेश्चन आया कि उन्होंने पूछा कि सर डायरेक्ट टू कंज्यूमर सिर्फ यूट्यूब के लिए है। यहाँ पे मैं एक चीज आप सबको वजह करता चलूं कि डायरेक्ट टू कंज्यूमर सिर्फ कंटेंट बनाने की, कंटेंट डेवलप करने की एक स्ट्रेटेजी है। अब अगर इस वीडियो को आप देखें कि यहाँ पे एक बड़ा बेसिक सा काम मैंने किया कि मैंने ये नहीं सोचा कि यार मेरे पास कोई प्रोफेशनल जो है वो सेटअप आएगा उसके बाद मैं इस चीज के ऊपर काम करूंगा, मेरे पास कोई प्रोफेशनल कैमरामैन होगा देन मैं इस चीज के ऊपर काम करूंगा। यकीन करें जो शॉपिंग वाली कार्ट होती है ना, जो मेरा वहां पे हेल्पर था उसको मैंने कहा शॉपिंग वाली कार्ट जो है ना वो उसके ऊपर कोनिया रख के कैमरा पकड़ लो और तुमने बस मेरे पीछे पीछे आते जाना है और मैंने बोलते जाना है। और जो चूंकि मैं उस बिजनेस में फिजिकली काम कर रहा हूं ना, तो मुझे उसकी काफी सारे एस्पेक्ट्स का पता है। तो मैंने जस्ट उसके सेटअप के हवाले से जो गाइड थी ना पूरी, वो स्ट्रेट फॉरवर्ड जिस तरह थी उसी तरह जो है वो वीडियो में बता दी लोगों को कि इसमें लग्जरीज का क्या मार्जिन है, इसमें नेसेसिटीज का क्या मार्जिन है, रोलिंग कैसे बनानी है, कंपनीज को कैसे लेके चलना है, प्रॉफिट्स जो है वो कैसे बढ़ाने हैं, सेल्स को कैसे बढ़ाना है, ऑफर्स कैसे लगानी है। जो चीज़ें फिजिकली मैं अपने बिजनेस के लिए कर रहा था ना, वो सारी की सारी चीज़ें मैंने इसी तरह की जेनेरिक वीडियोस के अंदर जो है, जब मैं डायरेक्ट टू कंज्यूमर कंटेंट की बात करता हूं तो वो कंटेंट इस तरह का होता है कि यार आपने अपने फोन से सेल्फी वीडियो बनाई है, आपने बिला इम्तियाज इस चीज के कि आपको नहीं है कंसर्न के पीछे बैकग्राउंड क्या आ रहा है, लोग आ रहे हैं जा रहे हैं, नहीं हो रहा है, ये हो रहा है, नहीं, आपका मकसद है लोगों तक सच पहुंचाना, किसी प्रॉब्लम का सोल्यूशन पहुंचाना। मतलब जैसे स्टार्टिंग में मैंने आपसे बात की, वो एक जो वॉशरूम क्लीनिंग वाला फार्मूला था कि वो किसी ने मेरे तक सोल्यूशन पहुंचाया, देखिए मैंने आज आपको भी कोट कर दिया उसमें। मगर मेन चीज ये है कि अगर प्रॉब्लम सॉल्वर हो, आप छोटे छोटे प्रॉब्लम्स का भी हल दोगे लोगों को, डायरेक्ट टू कंज्यूमर वाला जो कंटेंट है उस तरह कंटेंट को शेप कर सकोगे, तो वो एक ऐसी शेप है कंटेंट की कि वो आज भी पॉपुलर है और आने वाले वक्तों में भी पॉपुलर रहेगी। ये एक नहीं है, ऐसी 25 वीडियोस हैं जिस तरह की ये भी आपके सामने है। भी टाइम शॉर्ट है, नहीं तो मैं आपको ये सारी की सारी जो है वो एज अ एग्जांपल जो है वो रिव्यू करवाता, आपको थोड़ा सा इस हवाले के साथ जो है वो आइडिया होता कि यार इसका ओवरऑल सिनेरियो किस तरह का है। तो अब इसके अंदर भी यहाँ तक है कि यूट्यूब ने मुझे खुद इसमें टॉपिकल अथॉरिटी दी हुई है कि मेरी जितनी भी इसके अंदर मैंने चीज़ों के हवाले से बताया उनको प्रॉपरली जो है वो फ्रेम बाय फ्रेम जो है वो उन्होंने कैप्चर किया। और आज की डेट में भी मुझे लोग जो है वो इसमें कॉल्स करते हैं, मैसेजेस करते हैं, और इवन जो है वो नए सेटअप्स के हवाले से करोड़ों रुपए की इन्वेस्टमेंट करने वाले लोग जो है वो मेरी बात का भरोसा करते हैं। सिर्फ क्यों? क्योंकि उनको पता है कि यार ये वो बंदा है कि जिसने मतलब आज से सालों पहले मार्केट की हर किस्म की ब्लैकिया क्या है और वाइटिया क्या है उन चीज़ों को डिटेल ब्रीफ किया, स्ट्रेट फॉरवर्ड किया। उसने कोई ड्रामेबाजी नहीं की है क्योंकि बड़े हाई फाई कैमरे हैं तो फिर उसने इन चीज़ों को कोट किया है, उसने तो स्ट्रेट फॉरवर्डली अपने फ़ोन से ही किया है। इसमें कुछ वीडियोज़ लिटरली ऐसी हैं कि जिसके अंदर जो है वो मैं कुछ ऐसी मसरूफियात में था कि मैं जो है वो मैं आपको बताऊं कि मैंने सेटअप के ऊपर रहते रहते ही वो वीडियोस जो है वो बना बना के जो है वो अपलोड की हुई हैं। जैसे ये वाली वीडियोस है ना, इसी तरह आज मैंने कोशिश की है कि मैं आप दोस्तों के साथ जो है वो लाइव आके जो इस कैश एंड कैरी के हवाले से, सेटअप के हवाले से, जो सॉफ्टवेयर और जो सिक्योरिटी सेटअप है, अब ये लाइव जाके जो है वो इन चीज़ों को मैंने लोगों के साथ जो है वो पूरा आगे शेयर किया था। यहाँ तक कि कुछ नहीं, डायरेक्ट टू कंज्यूमर का मतलब ही ये है कि लोगों को सादगी नजर आनी चाहिए उसके अंदर, लोगों को उसके अंदर रियली ऐसा नजर आना चाहिए कि यार ये बंदा जो चीज़ हमें प्रोवाइड करना चाह रहा है उसकी वैल्यू है, वो हमें किसी प्रॉब्लम का हल देना चाह रहा है। अगर आप लॉन्ग टर्म खेलना चाहते हैं तो ये कंटेंट स्ट्रेटेजी जो है वो सबसे बेस्ट है। ब्रांड बनाना है अपना, सेल्फ ब्रांड, तो ये स्ट्रेटेजी सबसे बेस्ट है। क्यों? आपने अपना फोन उठाना है और अपने आप को टॉपिकली जो है वो थोड़ा सा कंसाइज करना है, और कंसाइज करने के बाद जो है वो अपनी कम्युनिकेशन स्टार्ट कर देनी है, और उस कम्युनिकेशन के बाद जो भी लोग आपसे रब्ता करेंगे उनको उसी तरह ओपनली जो है वो आंसर करना है। इवन मेरी जिस ऐड की वजह से अभी तक स्टूडेंट्स जो है वो मेरे पास आ रहे हैं, उस ऐड के अंदर जो आपने भी देखी हुई है सबने, कि उस ऐड के अंदर भी मेरा इसी किस्म का बिहेवियर है कि मैं डायरेक्ट टू कंज्यूमर वाली अप्रोच के साथ ही आप लोगों को बताता हूँ कि मैं उसमें वो अदर यूट्यूबर्स की तरह जो है वो फैंसीनेस नहीं लेके आता हूँ और जी डॉलर कमा लो जी, फलाना हो जाना जी, तो टमका हो जाना जी, तो फट्टे चुके जाने, ठीक है, मैं ऐसी कोई फैंसीनेस उसमें नहीं लेके आता हूँ। क्यों? मैं हकीकत पसंद इंसान हूँ खुद भी,
और मुझे पता है कि यार कि एक्चुअल में चीज़ें कैसे होनी है स्टेप बाय स्टेप। तो मैं आपको ओवर एस्टिमेट करके आगे चलाऊंगा तो आपका दिमाग का जो ढक्कन है ना प्रेशर कुकर वाला, वो कुछ दिनों के बाद उड़ जाएगा, पेशेंस नहीं रहेगा। अगर मैं आपको रियलिटी बता के साथ लेके चलूंगा तो आपको नफे का भी पता होगा, नुकसान का भी पता होगा। सो दिस इज व्हाट जो डायरेक्ट टू कंज्यूमर स्ट्रेटेजी होती है कंटेंट की, कि वो आपको जो है वो एक कहने की पावर देती है। सो आई होप्स कि इसमें जो डायरेक्ट टू कंज्यूमर स्ट्रेटेजी की एग्जांपल्स मैंने आपसे शेयर की हैं और जो इसकी इंपॉर्टेंस के हवाले से चीज़ें आपसे शेयर की हैं, वो आपको बड़े अच्छे तरीके से जो है वो अंडरस्टैंड हुई होंगी। बाकी इस स्ट्रेटेजी के हवाले से अगर किसी भी दोस्त के जहन में कोई भी कंफ्यूजन है, कोई भी सवाल है, तो आप बिला जी से कभी कर सकते हैं। सर एक चीज पूछनी है कि जिस तरह ये आपने बताया डायरेक्ट टू द कंज्यूमर ये स्ट्रेटजी, लाइक एक बंदा आता है उसका बिजनेस वो सेल्स जनरेट करना चाह रहा है, उसके लिए हम मार्केट करेंगे, ऐड बनाएंगे, ऐड पोस्टिंग करेंगे, उसमें कंटेंट जो उसकी प्रोडक्ट है उसके लिहाज से बनेगा या उसके उसमें लाइक कंटेंट की कहाँ जरूरत पड़ सकती है? जिस तरह कह लें कि एक क्लोथिंग ब्रांड है उसका तो लाइक पहली तो जरूरत कंटेंट की पड़नी है आपको कि उसकी अगर क्लॉथिंग की प्रोडक्ट है, उसके पास कैजुअल शर्ट्स हैं, टी शर्ट्स हैं, पोलो शर्ट्स हैं, पैंट्स हैं, शॉर्ट्स हैं, ट्राउजर्स हैं, और फिर उसमें भी स्टफिंग क्या है, ठीक है। आप इस सारी प्रोडक्ट की इंफॉर्मेशन को यहाँ पर तो उसके सोशल मीडिया पे डालोगे, ठीक है, यहाँ उसकी वेबसाइट बनाओगे, उसके ऊपर प्रोडक्ट की इंफॉर्मेशन डालोगे, ठीक है। तो जब मार्केटिंग का वर्ड यूज करते हैं तो उस मार्केटिंग के अंदर किसी न किसी किस्म का कंटेंट आएगा। वो कंटेंट किसकी सूरत में हो सकता है? वो कंटेंट प्रोडक्ट के बेनिफिट्स की सूरत में हो सकता है, प्रोडक्ट की डिस्क्रिप्शन की सूरत में हो सकता है, वो कंटेंट प्रोडक्ट की ब्रीफ की सूरत में हो सकता है, वो कंटेंट इस बात के बारे में हो सकता है कि यार ये XYZ जो अपैरल सेलर है इसके ऊपर अभी 25% का डिस्काउंट चल रहा है, इनके पास मेंस, वुमेन और किड्स की सारी वैरायटी है, ठीक है। तो कंटेंट की जब बात करते हैं तो कंटेंट वो जुबान है कि जिसके थ्रू हमने मार्केटिंग को आगे चलाना है। अगर उसके अंदर किसी किस्म का कंटेंट इन्वॉल्व नहीं है ना, तो दैट्स मीन वो गूंगा है और बहरा भी ऐसा, तो फिर उसका इंटरनेट पे होने का फायदा नहीं। तो कंटेंट इस वजह से उसमें जरूरी है। कंटेंट के बगैर आपकी मार्केटिंग का जो है वो कॉन्सेप्ट ही नहीं है। कंटेंट इज द किंग और मार्केटिंग उसकी क्वीन है, सिंपल। और कंटेंट बनाने की शेप्स क्या क्या है? वो इमेज की सूरत में बन सकता है, वीडियो की सूरत में बन सकता है, वो ब्लॉग की सूरत में बन सकता है, ठीक है। और उसी के अंदर आज जो मैंने आपको शेप बताई है डायरेक्ट टू कंज्यूमर कंटेंट सिस्टम है कि आप उसमें स्ट्रेट फॉरवर्ड प्रोडक्ट ओरिएंटेड ही कंटेंट बना सकते हैं। मैं यहाँ पे अपैरल इंडस्ट्री की बात करता हूँ। आपके पास एक ब्रांड सेलर आता है, वो कहता है यार मेरे कारोबार की ऐड बनाओ, पहले मेरा फोटो शूट करो, फिर इसकी जो है वो आप मार्केटिंग स्टार्ट करो। वहीं पे आप उसको कहते हो नहीं यार मैं डायरेक्ट टू कंज्यूमर स्ट्रेटेजी में जाऊँगा आपके साथ। बोलेगा कैसे काम करोगे आप उसको सिंपली बोलोगे, आप बोलोगे मैं आपकी दुकान पे आऊँगा, एक सर्फी वीडियो बनाऊंगा, उस सर्फी वीडियोस के अंदर आप अपनी प्रोडक्ट के बारे में बताएंगे, अपने बिजनेस के बारे में बताएंगे, और मैं उस वीडियो को प्रमोट करूँगा। ऐसी मैं बेट लगा के कहता हूँ कि ऐसी 20 वीडियोस आपने इंटरनेट के ऊपर देखी है कि जहाँ पे एक दुकानदार जो है वो अपनी दुकान पे खड़ा होकर वीडियो बना रहा है। वो दुकानदार का इतना दिमाग नहीं है, वो पीछे मार्केटर है जिसको पता है कि मैं अगर डायरेक्ट टू कंज्यूमर की ऐड बनाऊंगा तो इस बंदे को फौरी तौर पे बिजनेस आना शुरू हो जाएगा। सही समझ गए ना कि अगर एक बिजनेस ऑनर जो है वो अपनी बिजनेस प्लेसमेंट के ऊपर जो है वो बाकायदा तौर पे कम्युनिकेशन करता है और पीछे मार्केटर खड़ा हुआ है जो उस कम्युनिकेशन को लीड कर रहा है, तो वो एग्जैक्टली उसको इस तरह शेप कर सकता है कि डायरेक्टली कंज्यूमर को जो है वो उसके यूज केसेस और उसकी प्रोडक्ट के बेनिफिट्स बताए, ठीक है। अकेली शर्ट की ऐड अगर यूजर ने देखी कि यार पोलो शर्ट जो है वो 10% डिस्काउंट पे अवेलेबल है, यार ये बता जो XYZ ये पेरेंट्स सेलर है, ये हमारी सिटी में ही है। अच्छा, अकेली शर्ट देख के उसको ट्रस्ट नहीं आना। वहीं पे अगर XYZ अपीयरेंस सेलर इन गुजरांवाला या इन लाहौर वाले की ऐड आ रही है, उसमें वो XYZ जो सेलर है वो खुद उधर खड़ा हुआ है और ब्रांड वो बात कर रहा है, तो उस सूरत के अंदर जो है वो एग्जैक्टली जो है वो आपको भी पता चलेगा और उस कस्टमर को भी पता चलेगा कि यार एक ट्रस्ट फैक्टर जो है वो बिल्ड हो रहा है उस चीज के अंदर, और उसी ट्रस्ट फैक्टर की वजह से जो है वो कस्टमर की जो बाइंग इंटेंट है वो बढ़ जाता है उस चीज के अंदर। चलें जी, सब लोग अपना ख्याल रखिएगा, दुआ में याद रखिएगा। फी अमान अल्लाह।